धर्म का जिहड़ा मूल रूप है ना ਧਰੀ धातु तो बनया है, जिहदा अर्थ ही है धारण करना। उत्थे तल भी खड़काए जा रहे ने, उत्थे जोतां भी जगाईਆਂ जा रही ने, उत्थे टिक्के भी लाए जा रहे ने। ये साडे धर्म दे विच भी धर्म के नां ते पखंड हो रहा है, धर्म के नां ते दंगे हो रहे हैं, धर्म के नां ते राजनीति हो रही है, इस करके धर्म की लोड़ नहीं है। ਧਰਮਾਂ ਦੇ ਵਿੱਚ ਪੈਦਾ ਹੋ ਕੇ ਲੋਕਾਂ ਨੂੰ ਲੁੱਟਣ ਲਈ, ਆਪਣੇ ਨਿੱਜ ਲਈ, ਆਪਣੇ ਘਰ ਭਰਨ ਦੇ ਵਾਸਤੇ, ਲੋਕਾਂ ਨੂੰ ਲੁੱਟਣ ਵਾਸਤੇ ਉਹ ਇਹ ਕੁਝ ਕਰ ਰਹੇ ਆ। ਇੱਕ ਡਿਸਪਲਿਨ ਸੀਗਾ, ਇੱਕ ਮਤਲਬ ਕਿ ਰੂਲ ਰੈਗੂਲੇਸ਼ਨ ਸੀਗਾ ਜਿਹਦੇ ਤਹਿਤ ਅਸੀਂ ਸੱਚ ਦੇ ਮਾਰਗ ਤੇ ਚੱਲਣਾ ਸੀ। ਹੈ ਧਾਰਮਿਕ ਸਥਾਨ ਨੇ, ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਚੱਲਣ ਵਾਲੇ ਨੇ, ਪਰ ਉੱਥੇ ਜਿਹੜੇ ਕਰਮਕਾਂਡ ਹੋ ਰਹੇ ਨੇ ਬਿਲਕੁਲ ਹਿੰਦੂਆਂ ਦੀ ਤਰ੍ਹਾਂ ਹੋ ਰਹੇ। परमेश्वर जिन्हें सानू बनाया है उहदी पूजा नहीं की, बंदियां दी पूजा की जा रही है, पत्थरां दी पूजा की जा रही है, भूतां दी पूजा की जा रही है, मन घड़त मतलब कि मूर्तियां दी पूजा की जा रही है। वाहिगुरू जी का खालसा, वाहिगुरू जी की फतेह। तुसी देख रहे हो गुरमत विवेक चैनल ते अज मैं प्रगट सिंह तुहाडे सामने एक विशेष प्रोग्राम लैके हाजिर होया हाँ, जिस दे विच एक टॉपिक ते असी समूह संगतां दे नाल विचार चर्चा विचारां दी सांझ पावांगे। ते सब तो पहला अज मेरे नाल ने बहुत ही सत्कारयोग भाई सतनाम सिंह जी चंदड़, उन्हां नूं फतेह बुलाउने आ जी। वाहिगुरू जी का खालसा, वाहिगुरू जी की फतेह। ते अज दा जो साडा विषय है बड़ा एक अहम विषय है। जिन्नी भी दुनिया, जिन्ना भी संसार है, संसार दे अंदर बड़े लोग ने ਜਿਹੜੇ ਵੱਖੋ ਵੱਖਰੇ ਧਰਮਾਂ ਨੂੰ ਬਿਲੋਂਗ ਕਰਦੇ ਨੇ। ਕੋਈ ਸਿੱਖ ਹੈ, ਕੋਈ ਈਸਾਈ ਹੈ, ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਕੋਈ ਕਿਸੇ ਧਰਮ ਦੇ ਨਾਲ ਸੰਬੰਧ ਰੱਖਦਾ ਹੈ। ਤੇ ਅੱਜ ਆਪਾਂ ਭਾਈ ਸਾਹਿਬ ਜੀ ਪਾਸੋਂ ਧਰਮ ਕੀ ਹੈ ਇਹਦੇ ਸੰਬੰਧ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਧਰਮ ਹੈ ਕੀ ਹੈ। ਸਭ ਤੋਂ ਪਹਿਲਾ ਸਵਾਲ ਮੇਰਾ ਭਾਈ ਸਾਹਿਬ ਜੀ ਨੂੰ ਇਹੀ ਹੈ ਕਿ ਭਾਈ ਸਾਹਿਬ ਜੀ ਧਰਮ ਦੇ ਸੰਬੰਧ ਦੇ ਵਿੱਚ ਆਪ ਜੀ ਸੰਗਤਾਂ ਨੂੰ ਕੁਝ ਨਾ ਕੁਝ ਦੱਸ ਕੇ ਕੋਈ ਸਹੀ ਦਿਸ਼ਾ ਦੇ ਕੇ ਚਾਨਣਾ ਪਾਓ ਜੀ। हाँ जी, धन्यवाद जी। सब तो पहला वैसे तो धर्म एक इहदी बहुत वड्डी परिभाषा हैगी है। हाँ जी, धर्म वेखण नूं 3 शब्दां दा 3 अखरां दा जोड़ है। हाँ जी, पर इहदी डेफिनेशन जिहड़ी है जां इहदी परिभाषा बहुत वड्डी है। हाँ जी, हाँ जी। जो लोकां ने धर्म नूं मन लिया जां धर्म दे नां ते जो कुछ हुंदा है, जो कुछ कीता जांदा है, असल विच ओह धर्म नहीं हैगा। ठीक है जी। आम तौर ते लोगों ने की मन्निया है भी असी किसी कोई पखंड नूं जां किसी कर्मकांड नूं असी धर्म मान लैंदे आ। जिवें उदाहरण के तौर पर भी लोग तीर्थां ते इशनान करन नूं धर्म मन्नी बैठे आ, बिल्कुल जी। पत्थरां दी मूर्तियां दी पूजा करन नूं धर्म मन्नी बैठे आ, बिल्कुल जी। कोई मतलब कि किसी होर तरह के पाप पुण्य जिहड़े करदे आ जां किसी तरह के वहम भरम पखंड कर्मकांड किसी डेरे नाल जुड़ गए जां किसी चौंकियां भरन लग पे, कई भूतां प्रेतां दे चक्करां विच उहनूं धर्म मन्नी बैठे आ, कई बलियां दे इहनूं धर्म मन्नी बैठे आ। ईवन कि कुछ जिहड़े समाज दे विच गलत काम भी ने जिन्हां नूं समाज ने और साडे कह लो भी सारे धर्मां ने जो असल विच धर्म है ਉਹਦੀ ਡੈਫੀਨੇਸ਼ਨ ਦੇ ਵਿੱਚ ਉਹ ਜਿਹੜੇ ਧਰਮ ਆ ਉਹ ਗੈਰ ਕਾਨੂੰਨੀ ਜਾਂ ਗਲਤ ਆਉਂਦੇ ਆ, ਉਹਨਾਂ ਕੰਮਾਂ ਨੂੰ ਵੀ ਜਿਹੜਾ ਹੈਗਾ ਉਹ ਧਰਮ ਦੀ ਜਿਹੜਾ ਧਰਮ ਸਮਝ ਕੇ ਉਹਨਾਂ ਨੂੰ ਕੀਤਾ ਜਾਂਦਾ। ਬਿਲਕੁਲ ਜੀ, ਬਿਲकुल। ਜਿਵੇਂ ਉਦਾਹਰਨ ਦੇ ਤੌਰ ਤੇ ਮੰਨ ਲਓ ਕਬਰਾਂ ਦੇ ਉੱਤੇ ਸ਼ਰਾਬ ਚੜ੍ਹਦੀ ਆ, ਬਿਲਕੁਲ ਜੀ, ਜਾਂ ਕਿਸੇ ਵੀ ਹੋਰ ਜਿਹੜਾ ਹੈਗਾ ਇਦਾਂ ਦੇ ਜਿਹੜੇ ਕੰਮ ਕੀਤੇ ਜਾਂਦੇ ਆ, ਜਿਵੇਂ ਬਲੀਆਂ ਦੇਣੀਆਂ ਹੋ ਗਈਆਂ ਔਰ ਹੋਰ ਇਦਾਂ ਦੇ ਟੂਣੇ ਟਪਾਣੇ ਸਾਰਾ ਕੁਝ ਕੀਤਾ ਜਾਂਦਾ ਹੈਗਾ। ਬਿਲਕੁਲ ਜੀ, ਬਿਲकुल। ਅਸਲ ਵਿੱਚ ਇਹ ਸਾਰਾ ਕੁਝ ਜਿਹੜਾ ਕੀਤਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦੇਖੋ ਇੱਕ ਬੜਾ ਵਧੀਆ ਸ਼ਬਦ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੰਗ ਮਸਾਦੇ, ਪੰਜ ਜਨਾਂ ਸੋ ਸੰਗਣਾ ਛੁੱਟ ਗਿਓ, ਅਦਿਕ ਅਹੰਗ ਬੁੱਧ ਬਾਦੇ। ਅਸਲ ਵਿੱਚ ਧਰਮ ਨੂੰ ਮਤਲਬ ਇਹ ਸੀਗਾ ਵੀ ਅਸੀਂ ਇੱਕ ਡਿਸਪਲਿਨ ਸੀਗਾ, ਇੱਕ मतलब कि रूल ਰੈਗੂਲੇਸ਼ਨ ਸੀਗਾ ਜਿਹਦੇ ਤਹਿਤ ਅਸੀਂ ਸੱਚ ਦੇ ਮਾਰਗ ਤੇ ਚੱਲਣਾ ਸੀ। ਪਰ ਲੋਕਾਂ ਨੇ ਜਿਹੜਾ ਸਿਰਫ ਪਾਠ ਕਰਨੋਂ ਦੇਖੋ ਇਹ ਮੈਂ ਇੱਕ ਗੱਲ ਕਲੀਅਰ ਕਰਦੇ ਹਾਂ ਵੀ ਜਿਹੜਾ ਪਾਠ ਕਰਨਾ ਹੈ ਨਾ ਇਹ ਧਰਮ ਦਾ ਇੱਕ ਅੰਗ ਤੇ ਹੋ ਸਕਦਾ, ਪਰ ਇਹਨੂੰ ਕੰਪਲੀਟਲੀ ਆਪਾਂ ਧਰਮ ਨਹੀਂ ਕਹਿ ਸਕਦੇ। ਜਿਵੇਂ ਉਦਾਹਰਨ ਦੇ ਤੌਰ ਤੇ ਮੰਨ ਲਓ ਜਿਵੇਂ ਆਪਾਂ ਕਹਿੰਦੇ ਵੀ ਖੇਤੀ ਸ਼ਬਦ ਵਰਤ ਰਿਹਾ ਵੀ ਆਪਾਂ ਕਹਿੰਦੇ ਵੀ ਖੇਤੀ ਕਰਨੀ ਆ ਜੀ। ਹੁਣ ਜੇ ਆਪਾਂ ਕਹੀਏ ਵੀ ਆਪਾਂ ਜ਼ਮੀਨ ਵਾਹੁਣੀ ਆ, ਬਿਲਕੁਲ ਜ਼ਮੀਨ, ਤੇ ਜੇ ਆਪਾਂ ਕਹੀਏ ਵੀ ਕੱਲਾ ਜ਼ਮੀਨ ਵਾਹੁਣੇ ਖੇਤੀ ਆ, ਨਹੀਂ, ਜ਼ਮੀਨ ਵਾਹੁਣਾ, ਜ਼ਮੀਨ ਨੂੰ ਵਾਹੁਣਾ ਜਿਹੜਾ ਹੈ ਉਹ ਇੱਕ ਖੇਤੀ ਦਾ ਅੰਗ ਹੈ, ਇੱਕ मतलब ਉਹਦਾ ਇੱਕ ਹਿੱਸਾ ਹੈ, ਪਰ ਉਹ ਖੇਤੀ ਨਹੀਂ। ਖੇਤੀ ਦਾ ਮਤਲਬ ਕੀ ਹੈ ਵੀ ਆਪਾਂ ਕੋਈ ਵੀ ਉਹ ਕੰਪਲੀਟਲੀ ਜਿਹੜਾ ਫਸਲ ਜ਼ਮੀਨ ਤਿਆਰ ਕਰਨੀ, ਉਹਦੇ ਵਿੱਚ ਬੀਜ ਪਾਉਣਾ, ਉਹਦੇ ਵਿੱਚ ਉਹਦੀ ਸੰਭਾਲ ਕਰਨੀ, ਉਹਦਾ ਫਿਰ ਸਾਰਾ ਮਤਲਬ ਕਿ ਉਹਦੀ ਜਿਹੜਾ ਬਾਅਦ ਵਿੱਚ ਕਟਾਈ ਕਰਨੀ, ਸਾਂਭ ਸੰਭਾਲ, ਸਾਰਾ ਉਹਦੇ 'ਚ ਸਾਰਾ ਕੁਛ ਆ ਜਾਂਦਾ।
ਇਸੇ ਤਰ੍ਹਾਂ ਮਤਲਬ ਜਿੰਨਾ ਚਿਰ ਉਹ ਕੰਪਲੀਟ ਨਹੀਂ ਹੁੰਦਾ ਉਹਨਾਂ ਚਿਰ ਉਹਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ। ਇਸੇ ਤਰ੍ਹਾਂ ਧਰਮ ਹੈ, ਧਰਮ ਦੇ ਵਿੱਚ ਦੇਖੋ ਸਟਾਰਟਿੰਗ ਤਾਂ ਪਾਠ ਕਰਨ ਤੋਂ ਹੀ ਹੋਊਗੀ, ਬਿਲਕੁਲ ਜੀ, ਅੱਗੇ ਉਹਨੂੰ ਸਮਝਣ ਤੋਂ ਹੋਊਗੀ, ਸਮਝਣ ਤੋਂ ਬਾਅਦ ਉਹਨੂੰ ਮੰਨਣ ਤੇ ਹੋਊਗੀ, ਬਿਲਕੁਲ ਹਨਾ। ਗੁਰੂ ਸਾਹਿਬ ਵੀ ਕਹਿੰਦੇ ਆ ਹਉ ਵਾਰੀ ਜੀਓ ਵਾਰੀ ਪੜ੍ਹ ਬੁੱਝ ਮਨ ਵਸਾਵਣਿਆ, ਵੀ ਜਿਹੜੇ ਪੜ੍ਹਦੇ ਵੀ ਨਹੀਂ ਉਹਨੂੰ ਸਮਝਦੇ ਵੀ ਨਹੀਂ ਔਰ ਫਿਰ ਉਹਨੂੰ ਮਨ ਚ ਵਸਾ ਲੈਂਦੇ ਆ। ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਤੇ ਗੁਰੂ ਸਾਹਿਬ ਨੇ ਇਹ ਕਿਹਾ ਵੀ ਜਿਹੜੇ ਲੋਕ ਸਿਰਫ ਪੜ੍ਹਨ ਤੱਕ ਸੀਮਿਤ ਰਹਿ ਜਾਂਦੇ ਆ, ਜਾਂ ਜਿਹੜੇ ਕੇਵਲ ਗੱਲਾਂ ਕਰਨ ਤੱਕ ਸੀਮਿਤ ਰਹਿ ਜਾਂਦੇ ਆ, ਜਾਂ ਕੇਵਲ ਉਹਨਾਂ ਦੀ ਵਿਆਖਿਆ ਕਰਨ ਤੇ ਜਾਂ ਉਹਨਾਂ ਦੇ ਵਿਚਾਰ ਕਰਨ ਤੱਕ, ਜਿਹਨੂੰ ਆਪਾਂ ਕਹਿੰਦੇ ਵੀ ਪੜ੍ਹ ਲਿਆ ਪਰ ਉਹਨੂੰ ਮੰਨਿਆ ਨਹੀਂ, ਜਾਂ ਵਿਚਾਰ ਕਰ ਲਈ ਪਰ ਉਹ ਵੀ ਲੋਕਾਂ ਨੂੰ ਸੁਣਨ ਵਾਸਤੇ ਆਪ ਨਹੀਂ ਮੰਨੀ, ਅਵਰ ਉਪਦੇਸ਼ੈ ਆਪ ਨਾ ਕਰੇ, ਤਾਂ ਉੱਥੇ ਜਾ ਕੇ ਜਿਹੜਾ ਵੀ ਇਹ ਚੀਜ਼ਾਂ ਜਦੋਂ ਆਪਾਂ ਉਹ ਉਸ ਇੱਕ ਪੁਆਇੰਟ ਤੇ ਖੜ ਗਏ ਤਾਂ ਉਹ ਚੀਜ਼ਾਂ ਨੂੰ ਵੀ ਗੁਰੂ ਸਾਹਿਬ ਨੇ ਕਿਹਾ ਵੀ ਧਰਮ ਨਹੀਂ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੰਗ ਮਸਾਦੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕ। ਇਸ ਤੋਂ ਇਲਾਵਾ ਹੋਰ ਸਾਰੇ ਕਰਮ ਕਾਂਡਾਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ। ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਣਮਾਹੀ, ਵੀ ਕਿਸੇ ਨੇ ਸੋਚਿਆ ਵਸਤਰਾਂ ਦਾ ਤਿਆਗ ਕਰਦੇ ਆ, ਕੋਈ ਕਹਿੰਦਾ ਘਰ ਤਿਆਗਦੇ ਆ, ਕੋਈ ਕਹਿੰਦਾ ਮੈਂ ਸਾਰਾ ਕੁਛ ਹੀ ਆਪਦਾ ਗ੍ਰਹਿਸਥ ਤਿਆਗ ਦਿੱਤੀ, ਜੰਗਲਾਂ ਵਿੱਚ ਰਹਿਣ ਲੱਗ ਪਿਆ, ਪਹਾੜਾਂ ਦੀਆਂ ਚੋਟੀਆਂ ਤੇ ਚਲਾ ਗਿਆ, ਗੁਫਾ ਵਿੱਚ ਰਹਿਣ ਲੱਗ ਪਿਆ। ਯਾਨੀ ਕਿ ਇਹ ਅਲੱਗ-ਅਲੱਗ ਤਰੀਕੇ ਨੇ। ਕੋਈ ਕਹਿੰਦਾ ਭਾਂਡਿਆਂ ਦਾ ਤਿਆਗ ਕਰਦਾ, ਕੋਈ ਕਹਿੰਦਾ ਮੈਂ ਬੋਲਣ ਦਾ ਹੀ ਤਿਆਗ ਕਰਤਾ ਜੀ, ਮੈਂ ਚੁੱਪ ਕਰਕੇ ਬਹਿ ਜਾਣਾ। ਤੇ ਗੁਰੂ ਸਾਹਿਬ ਨੇ ਉਹਨਾਂ ਸਾਰੀਆਂ ਚੀਜ਼ਾਂ ਖੰਡਨ ਕੀਤਾ ਵੀ ਇਹ ਧਰਮ ਨਹੀਂ ਹੈਗਾ ਅਸਲ ਵਿੱਚ, ਜਿਨ੍ਹਾਂ ਨੂੰ ਲੋਕ ਧਰਮ ਮੰਨ ਰਹੇ ਆ। ਵੀ ਬੰਦਿਆਂ ਦੀ ਪੂਜਾ ਨਹੀਂ ਕੀਤੀ ਜਾ ਰਹੀ ਉੱਥੇ, ਜਿਹੜਾ ਮਾਫ ਕਰਨਾ ਪਰਮੇਸ਼ਰ ਜਿਹਨੇ ਸਾਨੂੰ ਬਣਾਇਆ ਹੈ ਉਹਦੀ ਪੂਜਾ ਨਹੀਂ ਕੀਤੀ, ਬੰਦਿਆਂ ਦੀ ਪੂਜਾ ਕੀਤੀ ਜਾ ਰਹੀ ਹੈ, ਪੱਥਰਾਂ ਦੀ ਪੂਜਾ ਕੀਤੀ ਜਾ ਰਹੀ ਹੈ, ਭੂਤਾਂ ਦੀ ਪੂਜਾ ਕੀਤੀ ਜਾ ਰਹੀ ਹੈ, ਮਨ ਘੜਤ ਮਤਲਬ ਕਿ ਮੂਰਤੀਆਂ ਦੀ ਪੂਜਾ ਕੀਤੀ ਜਾ ਰਹੀ ਹੈ, ਜਿਹੜਾ ਸਿੱਖ ਧਰਮ ਵਿੱਚ ਖਾਸ ਤੌਰ ਤੇ ਅਸੀਂ ਵੈਸੇ ਕਹਿ ਦਿੰਦੇ ਵੀ ਮੂਰਤੀ ਪੂਜਾ ਦਾ ਖੰਡਨ ਹੈ। ਹਾਂਜੀ, ਪਰ ਸਿੱਖ ਧਰਮ ਦੇ ਵਿੱਚ ਸਿੱਧੇ ਰੂਪ ਵਿੱਚ ਜਿਵੇਂ ਮੂਰਤੀਆਂ ਦੀ ਪੂਜਾ ਕੀਤੀ ਜਾ ਰਹੀ ਹੈ, ਉਹ ਵੀ ਇੱਕ ਤਰ੍ਹਾਂ ਦੀ ਮੂਰਤੀ ਪੂਜਾ, ਫੋਟੋਆਂ ਦੀ ਪੂਜਾ, ਜਿਹੜੀ ਮੂਰਤੀ ਪੂਜਾ ਅਸਲ ਵਿੱਚ ਇਹ ਹੋਇਆ ਨੇ, ਇਹ ਸਭ ਚੀਜ਼ਾਂ ਧਰਮ ਦੇ ਵਿੱਚ ਵਾੜ ਦਿੱਤੀਆਂ ਗਈਆਂ। ਮੰਨ ਲਓ ਅੱਜ ਦੇ ਲੋਕਾਂ ਨੇ ਮੂਰਤੀ ਪੂਜਨ ਨੂੰ ਧਰਮ ਬਣਾ ਲਿਆ, ਤੀਰਥਾਂ ਤੇ ਜਾਣ ਨੂੰ ਧਰਮ ਬਣਾ ਲਿਆ। ਮੰਨ ਲਓ ਬਾਹਰੀ ਪਹਿਰਾਵਾ ਤਾਂ ਪਹਿਨਿਆ ਹੋਇਆ ਧਰਮੀਆਂ ਵਾਲਾ, ਪਰ ਅੰਦਰ ਧਰਮ ਨਹੀਂ ਹੈ। ਅਸਲ ਵਿੱਚ ਇਹ ਚੀਜ਼ ਨੂੰ ਧਰਮ ਬਣਾਈ ਬੈਠੇ ਆ, ਜਿੱਦਾਂ ਤੀਰਥਾਂ ਤੇ ਜਾਣਾ ਧਰਮ ਹੋ ਗਿਆ ਜਾਂ ਮੂਰਤੀਆਂ ਨੂੰ ਪੂਜਣਾ ਧਰਮ ਹੋ ਗਿਆ। ਆਮ ਕਰਕੇ ਜਿਹੜੇ ਸਾਡੇ ਲੋਕਾਂ ਦੇ ਵਿੱਚ ਇਹ ਕੁਝ ਬਣ ਸਕਿਆ। ਤੇ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਆਪ ਜੀ ਨੂੰ ਕਿ ਸਾਨੂੰ ਇਹ ਦੱਸੋ ਕਿ ਅਸਲ ਵਿੱਚ ਧਰਮ ਦੀ ਡੈਫੀਨੇਸ਼ਨ ਕੀ ਹੈ। ਇੱਕ ਤਾਂ ਧਰਮ ਇਹ ਹੈ ਕਿ ਜਿਹੜਾ ਆਮ ਲੋਕਾਂ ਨੇ ਉਲਝਾ ਲਿਆ ਧਰਮ ਨੂੰ, ਅਸਲ ਧਰਮ ਕੀ ਹੈ। ਜਿਹੜੇ ਲੋਕ ਇਨਕਾਰੀ ਹੁੰਦੇ ਨੇ ਧਰਮ ਤੋਂ ਕਿ ਧਰਮ ਹੀ ਨਹੀਂ ਬਣਨਾ ਚਾਹੀਦਾ, ਇਹਦੇ ਬਾਰੇ ਤੁਸੀਂ ਸਾਨੂੰ ਚਾਨਣਾ ਪਾਓ। ਦੇਖੋ ਜੀ, ਜਿਵੇਂ ਮੈਂ ਪਹਿਲਾਂ ਕਿਹਾ ਵੀ ਧਰਮ ਦੀ ਡੈਫੀਨੇਸ਼ਨ ਬਹੁਤ ਵੱਡੀ ਹੈ, ਪਰ ਗੁਰੂ ਸਾਹਿਬ ਦੀ ਦੇਖੋ ਕਮਾਲ ਆ ਉਹਨਾਂ ਦੀ, ਵੀ ਉਹਨਾਂ ਨੇ ਇਹ ਬੜੇ ਛੋਟੇ ਸ਼ਬਦਾਂ ਵਿੱਚ ਜਾਂ ਕਹ ਲਓ ਬੜੇ ਥੋੜੇ ਸ਼ਬਦਾਂ ਵਿੱਚ ਉਹਨਾਂ ਨੇ ਧਰਮ ਨੂੰ ਮਤਲਬ ਕਿ ਡਿਫਾਈਂਡ ਕੀਤਾ ਹੈ। ਜਿਵੇਂ ਇੱਕ ਸ਼ਬਦ ਹੈ, ਏਕੋ ਧਰਮ ਦ੍ਰਿੜੈ ਸੱਚ ਕੋਈ। ਬਿਲਕੁਲ ਜੀ, ਸੱਚ ਨੂੰ ਦ੍ਰਿੜ ਕਰਨਾ ਧਰਮ ਹੈ। ਮਤਲਬ ਸੱਚ ਨੂੰ ਦ੍ਰਿੜ ਕਰਨ ਦਾ ਭਾਵ ਕੀ ਹੈ ਵੀ ਅਸੀਂ ਬੋਲੀਏ ਤਾਂ ਸੱਚ ਬੋਲੀਏ, ਅਸੀਂ ਸੁਣੀਏ ਤਾਂ ਸੱਚ ਸੁਣੀਏ, ਅਸੀਂ ਕੁਝ ਸੋਚੀਏ ਤਾਂ ਸੱਚ ਦੇ ਆਧਾਰ ਤੇ ਸੋਚੀਏ, ਅਸੀਂ ਸੱਚ ਦੇ ਹੱਕ 'ਚ ਖੜਨਾ ਹੈ, ਸੱਚ ਦਾ ਪ੍ਰਚਾਰ ਕਰਨਾ ਹੈ, ਸੱਚ ਨੂੰ ਲੱਭਣਾ ਹੈ। ਠੀਕ ਹੈ, ਹਰ ਪੱਖ ਤੇ ਸਾਡੇ ਅੰਦਰ ਵੀ ਸੱਚ ਹੋਵੇ, ਬਾਹਰ ਵੀ ਸੱਚ ਹੋਵੇ, ਸਾਡੇ ਜੀਵਨ ਵਿੱਚ ਵੀ ਸੱਚਾਈ ਹੋਵੇ, ਯਾਨੀ ਕਿ ਸੱਚ ਨੂੰ ਦ੍ਰਿੜ ਕਰਨਾ। ਦੇਖੋ ਇੱਕ ਲਾਈਨ ਦੇ ਵਿੱਚ ਗੁਰੂ ਸਾਹਿਬ ਨੇ ਧਰਮ ਦੀ ਡੈਫੀਨੇਸ਼ਨ ਦੇ ਦਿੱਤੀ। ਵੈਸੇ ਉਹਦੀ ਅੱਗੇ ਵਿਆਖਿਆ ਵੀ ਬਹੁਤ ਵੱਡੀ ਬਣ ਜਾਂਦੀ ਹੈ, ਪਰ ਇੱਕ ਲਾਈਨ ਵਿੱਚ ਦੱਸਤਾ ਵੀ ਏਕੋ ਧਰਮ ਦ੍ਰਿੜੈ ਸੱਚ ਕੋਈ, ਸੱਚ ਨੂੰ ਦ੍ਰਿੜ ਕਰਨਾ ਇਹ ਧਰਮ ਹੈ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਡੈਫੀਨੇਸ਼ਨ ਦਿੱਤੀ ਹੈ ਵੀ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਦੋ ਗੱਲਾਂ ਕਹੀਆਂ ਵੀ ਇੱਕ ਤਾਂ ਪ੍ਰਮਾਤਮਾ ਨੂੰ ਚੇਤੇ ਕਰਨਾ। ਚੇਤੇ ਕਰਨ ਦਾ ਭਾਵ ਇਹ ਨਹੀਂ ਵੀ ਅਸੀਂ ਮਾਲਾ ਫੜ ਲਈ ਕਿਸੇ ਕਮਰੇ ਵਿੱਚ ਬੰਦ ਹੋ ਕੇ ਬਹਿ ਗਏ, ਜਾਂ ਕਿਸੇ ਜੰਗਲ ਵਿੱਚ ਜਾਂ ਪਹਾੜ ਤੇ ਜਾਂ ਕਿਸੇ ਗੁਫਾ ਵਿੱਚ ਲੁੱਕ ਕੇ ਬਹਿ ਗਏ, ਉੱਥੇ ਰੱਬ ਰੱਬ ਕਰੀ ਗਏ, ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਰੀ। ਉਹ ਨਹੀਂ। ਨਾਮ ਜਪਣ ਦਾ ਭਾਵ ਹੈ ਵੀ ਉਹਨੂੰ ਹਰ ਵੇਲੇ ਹਰ ਥਾਂ ਹਾਜ਼ਰ ਨਾਜ਼ਰ ਜਾਣਾ, ਉਹਦੀ ਹਜ਼ੂਰੀ 'ਚ ਰਹਿਣਾ। ਉਹਨੂੰ ਮਤਲਬ ਹਰ ਵੇਲੇ ਆਪਦੇ ਅੰਗ ਸੰਗ ਜਾਣਦਿਆਂ ਹੋਇਆਂ ਉਹਦੇ ਭੈ ਵਿੱਚ ਰਹਿਣਾ, ਉਹਦੇ ਹੁਕਮ 'ਚ ਰਹਿਣਾ ਵੀ ਜੋ ਮੇਰੇ ਪ੍ਰਮਾਤਮਾ ਦਾ ਹੁਕਮ ਹੈ ਉਹੀ ਉਹਦੇ ਮੁਤਾਬਕ ਮੈਂ ਚੱਲਾਂ। ਔਰ ਇਹ ਸੋਚਣਾ ਵੀ ਮੇਰਾ ਅਕਾਲ ਪੁਰਖ ਜਿਹੜਾ ਹੈ ਪ੍ਰਮਾਤਮਾ, ਉਹ ਮੈਨੂੰ ਸਦਾ ਵੇਖ ਵੀ ਰਿਹਾ ਔਰ ਮੈਨੂੰ ਸੁਣ ਵੀ ਰਿਹਾ। ਇਦਾਂ ਪ੍ਰਮਾਤਮਾ ਨੂੰ ਚੇਤੇ ਕਰਨਾ ਤੇ ਚੰਗੇ ਕਰਮ ਕਰਨੇ, ਇਹ ਤਾਂ ਨਾਰਮਲੀ ਦੋਨੋਂ ਗੱਲਾਂ ਆਪਸ ਵਿੱਚ ਜੁੜਦੀਆਂ ਨੇ। ਵੀ ਜਦੋਂ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਾਂਗੇ, ਅਸੀਂ ਇਹ ਮੰਨ ਕੇ ਚੱਲਾਂਗੇ ਪ੍ਰਮਾਤਮਾ ਸਾਨੂੰ ਸਦਾ ਸੁਣ ਵੀ ਰਿਹਾ, ਸਦਾ ਵੇਖ ਵੀ ਰਿਹਾ, ਤੇ ਨਾਰਮਲੀ ਬੰਦਾ ਫਿਰ ਚੰਗੇ ਕੰਮ ਕਰੂਗਾ। ਠੀਕ ਹੈ, ਸੋ ਇਹ ਦੋ ਗੱਲਾਂ ਕਹੀਆਂ ਨੇ, ਚੰਗੇ ਕੰਮ ਕਰਨੇ ਤੇ ਪ੍ਰਮਾਤਮਾ ਨੂੰ ਚੇਤੇ ਕਰਨਾ। ਫਿਰ ਇੱਕ ਥਾਂ ਤੇ ਗੁਰੂ ਸਾਹਿਬ ਦਾ ਬਚਨ ਹੈਗਾ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ। ਹਾਂਜੀ, ਹਨਾ। ਤਾਂ ਇੱਕ ਧਰਮ ਹੈ, ਸਾਰੀ ਦੁਨੀਆ ਦਾ, ਮਨੁੱਖਤਾ ਦਾ ਇੱਕ ਧਰਮ ਹੈ। ਜਿਹੜੀ ਗੱਲ ਮੰਨ ਲਓ ਹੁਣ
ਆਪਾਂ ਮੰਨ ਲੈਂਦੇ ਵੀ ਹਿੰਦੂ ਵੀ ਧਰਮ ਹੈ, ਸਿੱਖ ਧਰਮ ਹੈ, ਇਸਲਾਮ ਧਰਮ ਹੈ, ਜੈਨੀ ਹੈ, ਯਹੂਦੀ ਹੈ। ਮੈਂ ਕਹਿੰਦਾ ਵੀ ਇਹ ਜਿਹੜੀਆਂ ਧਰਮ ਸਿਖਾਉਣ ਵਾਲੀਆਂ ਸੰਸਥਾਵਾਂ ਨੇ ਧਰਮ ਨਹੀਂ ਹੈ, ਸੰਸਥਾਵਾਂ ਨੇ। ਜਿਸ ਤਰ੍ਹਾਂ ਮੰਨ ਕੇ ਚਲੋ, ਆਪਾਂ ਸੌਖੀ ਭਾਸ਼ਾ ਵਿੱਚ ਇਹ ਕਹਿ ਲਓ ਵੀ ਜਿਸ ਤਰ੍ਹਾਂ ਇੱਕ ਸਿਲੇਬਸ ਹੁੰਦਾ ਨਾ, ਮੰਨ ਲਓ ਵੀ ਕਿਸੇ ਨੇ MA ਕਰਨੀ ਹੈ, BA ਕਰਨੀ ਹੈ, ਯੂਨੀਵਰਸਿਟੀ ਵੱਲੋਂ ਮਤਲਬ ਕਿ ਉਹ ਸਿਲੇਬਸ ਨਿਯਤ ਕਰਤਾ, ਅੱਗੇ ਫਿਰ ਉਹਦੇ ਕਾਲਜ ਖੁੱਲਦੇ ਆ, ਹਨਾ, ਉਹ ਕਾਲਜਾਂ ਦੇ ਵਿੱਚ ਅੱਡੋ ਅੱਡ ਮਤਲਬ ਕਿ ਉਹ ਪੜ੍ਹਾਇਆ ਜਾਂਦਾ, ਠੀਕ ਹੈ ਨਾ। ਉਹ ਪੜ੍ਹਾਉਣ ਵਾਲੇ ਜਿਵੇਂ ਕਾਲਜ ਨੇ, ਪਰ ਉਹਨਾਂ ਦੀ ਯੂਨੀਵਰਸਿਟੀ ਇੱਕ ਹੁੰਦੀ ਆ। ਇਸੇ ਤਰ੍ਹਾਂ ਮਤਲਬ ਕਿ ਜੋ ਪਿੱਛੇ ਇੱਕ ਸਿਲੇਬਸ ਹੈਗਾ ਪ੍ਰਮਾਤਮਾ ਦੇ ਜੋ ਨਿਯਮ ਨੇ, ਹਨਾ, ਉਹ ਇੱਕ ਹੈ। ਉਹਦੇ ਅੱਗੇ ਮਤਲਬ ਕਿ ਪੜ੍ਹਾਉਣ ਵਾਲੀਆਂ ਕੋਈ ਇਸਲਾਮ ਯੂਨੀਵਰਸਿਟੀ ਹੈ, ਕੋਈ ਹਿੰਦੂ ਯੂਨੀਵਰਸਿਟੀ ਹੈ, ਕੋਈ ਮੁਸਲਿਮ ਮਤਲਬ ਕਿ ਆਪਣਾ ਬੋਧੀ ਹੈ, ਜੈਨੀ ਹੈ, ਯਹੂਦੀ ਹੈ, ਸਿੱਖ ਹੈ, ਠੀਕ ਹੈ ਨਾ। ਤਾਂ ਇਹ ਹੋ ਸਕਦਾ ਵੀ ਕਿਤੇ ਨਾ ਕਿਤੇ ਇੱਦਾਂ ਵੀ ਹੋ ਸਕਦਾ ਹੈ ਵੀ ਕੋਈ ਕਾਲਜ ਜਿਹੜਾ ਉਹ ਯੂਨੀਵਰਸਿਟੀ ਦੇ ਸਿਲੇਬਸ ਤੋਂ ਬਿਨਾਂ ਆਊਟ ਆਫ ਸਿਲੇਬਸ ਕੁਝ ਕਰਵਾ ਰਹੇ। ਜਿਵੇਂ ਮੰਨ ਕੇ ਚਲੋ, ਮੈਂ ਉਦਾਹਰਨ ਇੱਕ ਦਿਆਂ, ਗੁਰੂ ਸਾਹਿਬ ਨੇ ਇਹੋ ਜਿਹੇ ਕਿੰਨੇ ਮਤਲਬ ਕਿ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਕਿ ਧਰਮ ਦੇ ਨਾਂ ਤੇ ਕੀਤੇ ਜਾਂਦੇ ਨੇ, ਪਰ ਉਹ ਅਸਲ ਵਿੱਚ ਜੋ ਪ੍ਰਮਾਤਮਾ ਦਾ ਜੋ ਰੱਬੀ ਧਰਮ ਹੈ ਉਹਦੇ ਤੋਂ ਆਊਟ ਆਫ ਸਿਲੇਬਸ ਨੇ, ਜਿਹਦੇ ਕਰਕੇ ਗੁਰੂ ਸਾਹਿਬ ਉਹਨਾਂ ਦਾ ਖੰਡਨ ਕੀਤਾ। ਜਿਵੇਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ। ਇਹ ਚਾਰਾਂ ਪੰਕਤੀਆਂ ਵਿੱਚ ਪਹਿਲਾਂ ਉਹਨਾਂ ਚੀਜ਼ਾਂ ਦਾ ਖੰਡਨ ਹੀ ਕੀਤਾ ਜਿਨ੍ਹਾਂ ਨੂੰ ਲੋਕਾਂ ਨੇ ਧਰਮ ਮੰਨਿਆ ਹੋਇਆ ਸੀ, ਕਿਉਂਕਿ ਇਹ ਸਾਰੀਆਂ ਗੱਲਾਂ ਆਊਟ ਆਫ ਸਿਲੇਬਸ ਨੇ। ਬਿਲਕੁਲ ਜੀ, ਵੀ ਇਹ ਧਰਮ ਦਾ ਸਿਲੇਬਸ ਨਹੀਂ, ਇਹ ਧਰਮ ਦਾ ਵਿਸ਼ਾ ਨਹੀਂ, ਜਿਨ੍ਹਾਂ ਨੂੰ ਮਤਲਬ ਕਿ ਧਰਮ ਦੇ ਵਿੱਚ ਵਾੜਿਆ ਗਿਆ। ਬਿਲਕੁਲ ਧੱਕੇ ਦੇ ਨਾਲ ਵਾੜਿਆ ਗਿਆ। ਹਾਂ, ਜਿਵੇਂ ਅੱਜ ਵੀ ਆਪਾਂ ਦੇਖਦੇ ਹਾਂ ਨਾ ਵੀ ਕਾਲਜਾਂ ਦਾ, ਸਕੂਲਾਂ ਦਾ, ਯੂਨੀਵਰਸਿਟੀਆਂ ਦਾ ਕੰਮ ਕੀ ਹੈ ਵੀ ਉਹਨਾਂ ਨੇ ਇੱਕ ਸਿੱਖਿਆ ਦੇਣੀ ਹੁੰਦੀ ਬੱਚੇ। ਜੇ ਉਹ ਮਤਲਬ ਕਿ ਉੱਥੇ ਹੁਣ ਜਿਵੇਂ ਆਪਾਂ ਦੇਖੋ ਕਈ ਕਾਲਜਾਂ ਦੇ ਵਿੱਚ, ਸਾਰੇ ਨਹੀਂ, ਜਿਵੇਂ ਅੱਜ ਮਾਹੌਲ ਬਣਾਇਆ ਜਾ ਰਿਹਾ ਵੀ ਉੱਥੇ ਗੁੰਡਾਗਰਦੀ ਵੀ ਹੋ ਜਾਂਦੀ ਆ, ਆਸ਼ਕੀ ਵੀ ਹੁੰਦੀ ਹੈ, ਹੋਰ ਬੜਾ ਕੁਛ ਮਤਲਬ ਕਿ ਜਿਹੜਾ ਹੈਗਾ ਉਹ ਉਦਾਂ ਗਲਤ ਹੁੰਦਾ ਹੈ। ਅਸੀਂ ਸਿਲੇਬਸ ਤੋਂ ਪਾਸੇ ਹਟ ਜਾਂਦੇ, ਬੱਚਾ ਸਾਡਾ ਸਕੂਲ ਪੜ੍ਹਨ ਜਾਂਦਾ ਪਰ ਉੱਥੇ ਕੁਛ ਹੋਰ ਸਿੱਖ ਕੇ ਆਉਂਦਾ, ਹਨਾ। ਤਾਂ ਉਹ ਕਾਰਨ ਇਸੇ ਤਰ੍ਹਾਂ ਮਤਲਬ ਕਿ ਜੋ ਅਸਲ ਧਰਮ ਹੈਗਾ ਉਹਦੇ ਤੋਂ ਪਾਸੇ ਜਦੋਂ ਹਟ ਜਾਂਦੀ ਹੈ ਕੋਈ ਵੀ ਸੰਸਥਾ, ਕੋਈ ਵੀ ਮਤਲਬ ਕਿ ਸੰਪਰਦਾ, ਕੋਈ ਵੀ ਉਹ ਚੀਜ਼, ਫਿਰ ਉਹ ਧਰਮ ਇੱਕ ਪਿੱਛੇ ਰਹਿ ਜਾਂਦਾ ਤੇ ਅੱਗੇ ਪਖੰਡਵਾਦ ਭਾਰੂ ਹੋ ਜਾਂਦਾ। ਬਿਲਕੁਲ ਜੀ, ਅਸਲ ਵਿੱਚ ਜਿਹੜਾ ਧਰਮ ਹੈ ਉਹ ਹੈ ਸੱਚ ਨੂੰ ਦ੍ਰਿੜ ਕਰਨਾ, ਸੱਚ ਨੂੰ ਦ੍ਰਿੜ ਕਰਕੇ ਇੱਕ ਪਰਮੇਸ਼ਰ ਦੀ ਇਬਾਦਤ ਵਿੱਚ ਜੁੜਨਾ, ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ। ਬਾਕੀ ਜਿਹੜੇ ਧਰਮ ਹੈ, ਜਿੱਦਾਂ ਭਾਈ ਸਾਹਿਬ ਨੇ ਆਪਾਂ ਨੂੰ ਦੱਸਿਆ ਹੈ ਕਿ ਬਾਕੀ ਤਾਂ ਇੱਕ ਕਾਲਜ ਦੀ ਤਰ੍ਹਾਂ ਹੈ, ਸਿੱਖਾਂ ਦਾ ਅਲੱਗ ਵਿਸ਼ਾ ਹੈ, ਹਿੰਦੂਆਂ ਦਾ ਅਲੱਗ ਵਿਸ਼ਾ, ਪਰ ਧਰਮ ਇੱਕ ਹੈ, ਪ੍ਰਮਾਤਮਾ ਇੱਕ ਹੈ। ਤੇ ਕਈ ਇਦਾਂ ਦੇ ਲੋਕ ਵੀ ਆਪਾਂ ਨੂੰ ਬੜੇ ਮਿਲਦੇ ਨੇ ਜਿਹੜੇ ਤਰਕਵਾਦੀ ਨੇ, ਜਿਹੜੇ ਕਹਿੰਦੇ ਧਰਮ ਦੀ ਲੋੜ ਨਹੀਂ ਹੈ, ਰੱਬ ਦੀ ਲੋੜ ਨਹੀਂ ਹੈ, ਧਰਮ ਦੀ ਲੋੜ ਨਹੀਂ ਹੈ। ਨਾਸਤਿਕ ਤਰ੍ਹਾਂ ਦੇ ਬੰਦੇ ਇਸ ਤਰ੍ਹਾਂ ਦੇ ਬੜੇ ਮਿਲ ਜਾਂਦੇ ਆ। ਤੇ ਉਹਨਾਂ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਕਿ ਧਰਮ ਦੀ ਕਿਸੇ ਵੀ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਲੋੜ ਨਹੀਂ ਹੈ? ਅਸਲ ਵਿੱਚ ਧਰਮ ਦੀ ਲੋੜ ਹੈ ਜਾਂ ਨਹੀਂ ਹੈ, ਇਹਦੇ ਬਾਰੇ ਸੰਗਤਾਂ ਨੂੰ ਖੁੱਲ੍ਹ ਕੇ ਤੁਸੀਂ ਦੱਸ ਸਕਦੇ ਹੋ। ਦੇਖੋ, ਜਿਹੜੇ ਉਹ ਲੋਕ ਨੇ, ਮੈਂ ਉਹਨਾਂ ਨੂੰ ਕਹੂੰਗਾ ਵੀ ਇੱਕ ਪੱਖ ਤੋਂ ਸਹੀ ਨੇ, ਕਿਉਂਕਿ ਜੋ ਕੁਛ ਉਹਨਾਂ ਨੇ ਦੇਖਿਆ, ਬਿਲਕੁਲ, ਧਰਮ ਦੇ ਨਾਂ ਤੇ ਲੋਕਾਂ ਨੂੰ ਕਰਦੇ ਵੇਖਿਆ, ਬਿਲਕੁਲ ਜੀ, ਜਾਂ ਧਰਮ ਦੇ ਨਾਂ ਤੇ ਜੋ ਕੁਝ ਉਹਨਾਂ ਨੇ ਹੁੰਦੇ ਵੇਖਿਆ, ਹਾਂਜੀ ਹਾਂਜੀ, ਉਸ ਐਂਗਲ ਤੋਂ ਉਹਨਾਂ ਨੇ ਵੇਖ ਕੇ ਕਹਿ ਦਿੱਤਾ ਵੀ ਧਰਮ ਦੀ ਲੋੜ ਨਹੀਂ। ਬਿਲਕੁਲ, ਜਿਵੇਂ ਮੈਨੂੰ ਵੀ ਇੱਕ ਤਰਕਵਾਦੀ ਵੀਰ ਮਿਲਿਆ ਸੀ, ਮੈਨੂੰ ਕਹਿੰਦਾ ਵੀ ਧਰਮ ਦੀ ਲੋੜ ਨਹੀਂ। ਬਿਲਕੁਲ, ਮੈਨੂੰ ਇਹ ਪੁੱਛਿਆ, ਮੈਂ ਕਿਹਾ ਵੀਰ ਜੀ ਤੁਸੀਂ ਧਰਮ ਕਿਹਨੂੰ ਮੰਨਦੇ ਹੋ? ਹਾਂਜੀ, ਤੁਸੀਂ ਧਰਮ ਦੀ ਡੈਫੀਨੇਸ਼ਨ ਕੀ ਮੰਨਦੇ ਹੋ, ਧਰਮ ਕੀ ਹੈ ਅਸਲ ਵਿੱਚ? ਬਿਲਕੁਲ। ਜਦੋਂ ਮੈਂ ਏਦਾਂ ਪੁੱਛਿਆ, ਕਹਿੰਦਾ ਮੈਨੂੰ ਪਤਾ ਨਹੀਂ। ਮੈਂ ਕਿਹਾ ਵੀ ਜੇ ਤੁਸੀਂ ਇਹ ਕਹਿੰਦੇ ਹੋ ਵੀ ਬਿਨਾਂ ਖੋਜੇ ਤੋਂ ਹਾਂਜੀ ਕਿਸੇ ਚੀਜ਼ ਨੂੰ ਮੰਨਣਾ ਗਲਤ ਹੈ, ਹਾਂਜੀ, ਤਾਂ ਬਿਨਾਂ ਖੋਜੇ ਤੋਂ ਕਿਸੇ ਚੀਜ਼ ਦਾ ਖੰਡਨ ਕਰਨਾ ਵੀ ਗਲਤ ਹੈ। ਬਿਲਕੁਲ। ਜਦੋਂ ਤੁਹਾਨੂੰ ਇਹ ਨਹੀਂ ਪਤਾ ਵੀ ਧਰਮ ਹੁੰਦਾ ਕੀ ਹੈ, ਅਸਲ ਵਿੱਚ ਧਰਮ ਹੈ ਕੀ, ਤਾਂ ਫਿਰ ਤੁਸੀਂ ਉਹਦਾ ਖੰਡਨ ਕਿਹੜੇ ਅਧਿਕਾਰ ਨਾਲ ਕਰ ਰਹੇ ਹੋ? ਬਿਲਕੁਲ ਜੀ। ਤੇ ਜੇ ਆਪਾਂ ਗੁਰਬਾਣੀ ਦੇ ਐਂਗਲ ਤੋਂ ਆਪਾਂ ਦੇਖਦੇ ਵੀ ਅਸਲ ਵਿੱਚ ਧਰਮ ਕੀ ਹੈ, ਇੱਕੋ ਧਰਮ ਦ੍ਰਿੜਾ ਸੱਚ ਕੋਈ, ਤੇ ਫਿਰ ਸਵਾਲ ਇਹ ਪੈਦਾ ਹੋਊਗਾ ਵੀ ਕੀ ਸੱਚ ਨੂੰ ਦ੍ਰਿੜ ਕਰਨ ਦੀ ਲੋੜ ਨਹੀਂ ਹੈ? ਲੋੜ ਹੈ ਜੀ, ਬਿਲਕੁਲ, ਹੈ ਨਾ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਕੀ ਚੰਗੇ ਕੰਮ ਕਰਨ ਦੀ ਲੋੜ ਨਹੀਂ ਹੈ? ਬਿਲਕੁਲ। ਕੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੇ ਭੈ ਵਿੱਚ ਜਿਉਣਾ ਬੰਦਾ ਇੱਕ ਡਿਸਿਪਲਨ ਵਿੱਚ ਰਹਿੰਦਾ, ਹਾਂਜੀ, ਹਨਾ। ਇੱਕ ਬੰਦੇ ਦੇ ਉੱਤੇ ਇੱਕ ਜਾਬਤਾ ਹੋਵੇ, ਇੱਕ ਬੰਦੇ ਦੇ ਉੱਤੇ ਇੱਕ ਇਦਾਂ ਦਾ ਕਹ ਲਓ ਸ਼ਰਮ ਭਾਵ ਜਾਂ ਭੈ, ਇੱਕ ਸੱਚਾ ਭੈ ਹੁੰਦਾ ਨਾ, ਨਿਰਮਲ ਭਾਵ। ਇੱਕ ਤਾਂ ਡਰ ਹੁੰਦਾ ਮਤਲਬ ਕਿ ਕਿਸੇ ਤਰ੍ਹਾਂ ਦਾ ਕੋਈ ਖਤਰਾ ਆਪਾਂ ਕਹਿੰਦੇ, ਇੱਕ ਉਹ ਡਰ। ਇੱਕ ਜਿਵੇਂ ਇੱਕ ਬੱਚੇ ਨੂੰ ਮਤਲਬ ਕਿ ਪਿਤਾ ਦਾ ਡਰ ਹੁੰਦਾ ਵੀ ਹਨਾ ਵੀ ਮੈਂ ਕੋਈ ਗਲਤ ਕਰੂੰਗਾ ਮੇਰੇ ਡੈਡੀ ਕੀ ਕਹਿਣਗੇ, ਹਨਾ। ਇੱਕ ਨਿਰਮਲ ਭਾਵ ਹੁੰਦਾ ਵੀ ਕੀ ਉਸ ਭੈ ਦੀ ਸਾਨੂੰ ਲੋੜ ਨਹੀਂ ਹੈ, ਹਨਾ। ਪ੍ਰਮਾਤਮਾ ਨੂੰ ਹਾਜ਼ਰ ਨਾ ਜਾਣ। ਇਸ ਕਰਕੇ ਜੇ ਉਹ ਵੀਰ ਮਤਲਬ ਇਦਾਂ ਦੀ ਗੱਲ ਕਰਦੇ ਆ, ਚਲੋ ਉਹਨਾਂ ਦੀ ਆਪਣੀ ਸੋਚ ਹੈ, ਕਿਉਂਕਿ ਉਹਨਾਂ ਨੇ ਦੇਖਿਆ ਉਸ ਢੰਗ ਨਾਲ,
ਉਹਨਾਂ ਨੇ ਉਸ ਢੰਗ ਨਾਲ ਦੇਖ ਕੇ ਉਹਨਾਂ ਨੇ ਉੱਦਾਂ ਕਹਿਤਾ ਵੀ ਹਾਂ ਜੋ ਲੋਕ ਕੋਈ ਰੁੱਖਾਂ ਦੀ ਪੂਜਾ ਕਰੀ ਜਾਂਦਾ, ਕੋਈ ਪਸ਼ੂਆਂ ਦੀ ਪੂਜਾ ਕਰੀ ਜਾਂਦਾ ਹੈ, ਕੋਈ ਮਤਲਬ ਕਿ ਬੰਦਿਆਂ ਦੀ ਪੂਜਾ ਕਰੀ ਜਾਂਦਾ, ਕੋਈ ਮੂਰਤੀਆਂ ਦੀ ਪੂਜਾ ਕਰੀ ਜਾਂਦਾ, ਕੋਈ ਮੜੀਆਂ ਦੀ ਪੂਜਾ, ਬੜਾ ਕੁਝ ਹੋ ਰਿਹਾ ਹੈ। ਔਰ ਉਹਦੇ ਉਸ ਐਂਗਲ ਤੋਂ ਜਦੋਂ ਆਪਾਂ ਦੇਖਦੇ ਹਾਂ ਫਿਰ ਆਪਾਂ ਵੀ ਕਹਾਂਗੇ ਵੀ ਹਾਂ ਇਹ ਜਿਹੜਾ ਧਰਮ ਮੰਨੀ ਬੈਠੇ ਨਾ, ਲੋੜ ਹੀ ਨਹੀਂ ਸਾਨੂੰ, ਬਿਲਕੁਲ ਇਹ ਤਾਂ ਲੋੜ ਹੈ ਹੀ ਨਹੀਂ, ਵਾਕਈ ਨਹੀਂ ਹੈਗੀ। ਪਰ ਜੋ ਅਸਲ ਵਿੱਚ ਧਰਮ ਹੈ ਉਹਦੀ ਤਾਂ ਲੋੜ ਹੈ ਹੀ, ਉਹ ਤਾਂ ਕੋਈ ਇਨਕਾਰ ਨਹੀਂ ਹੋ ਸਕਦਾ। ਧਰਮ ਦੀ ਲੋੜ ਤਾਂ ਹੈ, ਸਾਡੇ ਵਾਸਤੇ ਬਹੁਤ ਵੱਡੀ ਲੋੜ ਹੈਗੀ ਹੈ। ਜਿੱਦਾਂ ਕਹਿ ਲਈਏ ਕਿ ਜਿਹੜੇ ਧਰਮ ਦੀ ਲੋੜ ਹੈ ਉਹ ਹੈ ਕਿ ਇਨਸਾਨ ਨੂੰ ਇਨਸਾਨ ਬਣਨਾ, ਚੰਗੀ ਸਿੱਖਿਆ ਸਿੱਖ ਕੇ ਉਹ ਭਾਵੇਂ ਹਿੰਦੂ ਚੰਗੀ ਸਿੱਖਿਆ ਦੇਵੇ, ਭਾਵੇਂ ਮੁਸਲਮਾਨ ਚੰਗੀ ਸਿੱਖਿਆ ਦੇਵੇ, ਭਾਵੇਂ ਸਿੱਖ ਕੌਮ ਚੰਗੀ ਸਿੱਖਿਆ, ਅਸਲ ਵਿੱਚ ਚੰਗੀ ਸਿੱਖਿਆ ਨੂੰ, ਚੰਗੇ ਗੁਣਾਂ ਨੂੰ ਲਾਗੂ ਕਰਕੇ ਆਪਣੇ ਜੀਵਨ ਵਿੱਚ ਇਨਸਾਨੀਅਤ ਪੈਦਾ ਕਰਨੀ, ਇਹ ਧਰਮ ਦੀ ਲੋੜ ਹੈ। ਇੱਕ ਮੈਂ ਹੋਰ ਇਹਦੇ ਵਿੱਚ ਗੱਲ ਐਡ ਕਰਦੇ ਹਾਂ ਵੀ ਦੇਖੋ, ਪਖੰਡ ਜਿਹੜਾ ਨਾ ਉਹ ਕਿਸੇ ਵੀ ਧਰਮ ਵਿੱਚ ਹੋਵੇ ਉਹ ਮਾੜਾ, ਚਾਹੇ ਉਹ ਹਿੰਦੂ ਧਰਮ ਵਿੱਚ ਪਖੰਡ ਹੈ ਉਹ ਗਲਤ ਹੈ। ਬਿਲਕੁਲ। ਜੇ ਉਹੀ ਪਖੰਡ ਸਿੱਖਾਂ ਵਿੱਚ ਹੈ ਤਾਂ ਵੀ ਗਲਤ ਹੈ। ਇਹ ਨਹੀਂ ਵੀ ਜੇ ਹਿੰਦੂ ਦਾ ਬਾਣਾ ਪਾ ਕੇ ਅਸੀਂ ਪਖੰਡ ਕਰ ਰਹੇ ਹਾਂ ਫਿਰ ਤਾਂ ਗਲਤ ਹੈ, ਜੇ ਸਿੱਖੀ ਦਾ ਬਾਣਾ ਪਾ ਕੇ ਪਖੰਡ ਕਰ ਰਹੇ ਹਾਂ ਤੇ ਫਿਰ ਮਤਲਬ ਸਹੀ ਹੈ ਨਾ। ਇਹ ਆਪਾਂ ਨੂੰ ਦੇਖਣ ਨੂੰ ਮਿਲਦਾ ਇਹਦੇ ਵਿੱਚ, ਜਿੱਦਾਂ ਆਪਾਂ ਦੇਖਦੇ ਹਾਂ ਕਿ ਸਾਡੇ ਧਾਰਮਿਕ ਸਥਾਨਾਂ ਤੇ ਅੱਜ ਕੀ ਹੋ ਰਿਹਾ ਹੈ, ਧਾਰਮਿਕ ਸਥਾਨ ਨੇ, ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਚੱਲਣ ਵਾਲੇ ਨੇ, ਪਰ ਉੱਥੇ ਜਿਹੜੇ ਕਰਮਕਾਂਡ ਹੋ ਰਹੇ ਨੇ ਬਿਲਕੁਲ ਹਿੰਦੂਆਂ ਦੀ ਤਰ੍ਹਾਂ ਹੋ ਰਹੇ ਨੇ, ਬਿਲਕੁਲ ਉੱਥੇ ਟੱਲ ਵੀ ਖੜਕਾਏ ਜਾ ਰਹੇ ਨੇ, ਉੱਥੇ ਜੋਤਾਂ ਵੀ ਜਗਾਈਆਂ ਜਾ ਰਹੀਆਂ ਨੇ, ਉੱਥੇ ਟਿੱਕੇ ਵੀ ਲਾਏ ਜਾ ਰਹੇ ਨੇ। ਇਹ ਸਾਡੇ ਧਰਮ ਦੇ ਵਿੱਚ ਵੀ ਫਿਰ ਇਹਦਾ ਮਤਲਬ ਮਿਲਾਵਟ ਹੋਰ ਬੜਾ ਕੁਛ, ਜਿਵੇਂ ਮੰਨ ਕੇ ਚੱਲੋ ਮੈਂ ਜਿਹੜੀ ਗੱਲ ਕਰ ਰਿਹਾ ਨਾ ਉਹ ਗੱਲ ਅਸਲ ਵਿੱਚ ਇਹ ਹੈਗੀ ਹੈ ਵੀ ਮੰਨ ਲਓ ਕਿਸੇ ਨੇ ਹਿੰਦੂ ਬਾਣਾ ਪਾ ਕੇ ਪਖੰਡ ਕੀਤਾ, ਲੋਕਾਂ ਨੂੰ ਠੱਗਿਆ, ਉਹ ਵੀ ਗਲਤ ਹੈ। ਕਿਸੇ ਨੇ ਸਿੱਖੀ ਵਾਲਾ ਬਾਣਾ ਪਾ ਕੇ ਪਖੰਡ ਕੀਤਾ, ਲੋਕਾਂ ਨੂੰ ਠੱਗਿਆ, ਉਹ ਵੀ ਗਲਤ ਹੈ। ਕਿਸੇ ਨੇ ਮੁਸਲਮਾਨਾਂ ਵਾਲਾ ਬਾਣਾ ਪਾ ਕੇ ਮਤਲਬ ਕਿ ਲੋਕਾਂ ਨੂੰ ਠੱਗਿਆ, ਉਹ ਵੀ ਗਲਤ ਹੈ ਹਨਾ। ਪਖੰਡ ਜਿਹੜਾ ਪਖੰਡ ਹੀ ਹੁੰਦਾ। ਹੁਣ ਜਿਵੇਂ ਮੰਨ ਲਓ ਈਸਾਈਆਂ ਵਿੱਚ ਵੀ ਬੜੇ ਪਖੰਡ ਹੈਗੇ ਨੇ, ਮੁਸਲਮਾਨਾਂ ਵਿੱਚ ਵੀ ਬੜੇ ਪਖੰਡ ਹੈਗੇ ਨੇ, ਠੀਕ ਹੈ, ਹਿੰਦੂ ਧਰਮ ਦੇ ਵਿੱਚ ਵੀ ਬੜੇ ਪਖੰਡ, ਮਤਲਬ ਕਿ ਐ ਨਹੀਂ ਕਹਿ ਸਕਦੇ ਵੀ ਹੁਣ ਉਹਨਾਂ ਦੇ ਮੂਲ ਰੂਪ ਵਿੱਚ ਜੋ ਧਰਮ ਹੈ ਉਹਦੇ ਵਿੱਚ ਪਖੰਡ ਵੀ ਜੋ ਅੱਗੇ ਉਹ ਚੱਲ ਪੈਂਦਾ, ਅੱਗੇ ਜੋ ਅੱਜ ਚੱਲ ਰਿਹਾ ਧਰਮ ਦੇ ਨਾਂ ਤੇ। ਸਿੱਖਾਂ ਵਿੱਚ ਵੀ ਜਿਹੜੇ ਸਿੱਖ ਕਹਾਉਣ ਵਾਲੇ ਨੇ ਜਾਂ ਸਿੱਖੀ ਦੇ ਨਾਂ ਤੇ ਵੀ ਬੜਾ ਪਖੰਡ ਹੋ ਰਿਹਾ। ਆਪਾਂ ਸਿੱਖੀ ਦੇ ਨਾਂ ਤੇ ਕਹਿ ਸਕਦੇ ਹਾਂ, ਇਸਲਾਮ ਦੇ ਨਾਂ ਤੇ ਪਖੰਡ ਹੋ ਰਿਹਾ ਹੈ, ਯਹੂਦੀਆਂ ਦੇ ਨਾਂ ਤੇ ਪਖੰਡ ਹੋ ਰਿਹਾ, ਈਸਾਈਆਂ ਦੇ ਨਾਂ ਤੇ ਪਖੰਡ, ਈਸਾਈਅਤ ਦੇ ਨਾਂ ਤੇ ਪਖੰਡ ਹੋ ਰਿਹਾ। ਸੋ ਏਦਾਂ ਬੜਾ ਕੁਛ। ਦੂਜੀ ਗੱਲ ਇਹਦੇ ਵਿੱਚ ਇਹ ਵੀ ਹੈਗੀ ਆ ਵੀ ਇਕੱਲਾ ਪਖੰਡੀ ਲੋਕ ਨਹੀਂ, ਨਾਲ ਜਿਹੜੇ ਧਾਰਮਿਕ ਲੋਕ ਨੇ, ਮਾਫ ਕਰਨਾ ਰਾਜਨੀਤਿਕ ਲੋਕ ਨੇ ਜਿਹੜੇ ਹਨਾ, ਉਹ ਵੀ ਧਰਮ ਦੀ ਕਿੰਨੀ ਗਲਤ ਵਰਤੋਂ ਕਰਦੇ ਆ। ਧਰਮ ਦੇ ਨਾਂ ਤੇ ਦੰਗੇ ਹੁੰਦੇ ਆ, ਧਰਮ ਦੇ ਨਾਂ ਤੇ ਸਿਆਸਤ ਹੁੰਦੀ ਹੈ ਹਨਾ, ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾਂਦਾ ਹੈ, ਫਿਰਕਾ ਪ੍ਰਸਤੀ ਮਤਲਬ ਕਿ ਇੱਕ ਧਰਮ ਦੀ ਰਾਜਨੀਤੀ ਕੀਤੀ ਜਾਂਦੀ ਹੈ। ਉਹ ਕੁਛ ਉੱਥੇ ਉਹ ਵੀ ਗਲਤ ਵਰਤੋਂ ਕਰ ਰਹੇ। ਮੇਰਾ ਇੱਕ ਸਵਾਲ ਵੀ ਹੈ ਇਸ ਤਰੀਕੇ ਨਾਲ ਕਿ ਆਪਾਂ ਧਰਮ ਦੇ ਵਿੱਚ ਪਖੰਡੀਆਂ ਦੀ ਗੱਲ ਵੀ ਕਰ ਚੁੱਕੇ ਹਾਂ, ਅਸਲ ਧਰਮ ਦੀ ਗੱਲ ਵੀ ਕਰ ਚੁੱਕੇ ਹਾਂ। ਇੱਕ ਇਦਾਂ ਦੇ ਲੋਕ ਵੀ ਨੇ ਕਿ ਜਿਹੜੇ ਸਾਡੇ ਧਰਮ ਦੇ ਵਿੱਚ, ਹਰੇਕ ਧਰਮਾਂ ਦੇ ਵਿੱਚ ਪੈਦਾ ਹੋ ਕੇ ਲੋਕਾਂ ਨੂੰ ਲੁੱਟਣ ਲਈ, ਆਪਣੇ ਨਿੱਜ ਲਈ, ਆਪਣੇ ਘਰ ਭਰਨ ਦੇ ਵਾਸਤੇ, ਲੋਕਾਂ ਨੂੰ ਲੁੱਟਣ ਵਾਸਤੇ ਉਹ ਇਹ ਕੁਝ ਕਰ ਰਹੇ ਆ। ਉਹ ਲੋਟੂ ਟੋਲਾ ਜਿਹੜਾ ਧਰਮ ਦੇ ਨਾਂ ਤੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਲੋਟੂ ਟੋਲਾ ਹੈ, ਦੇਖੋ ਲੋਟੂ ਟੋਲਾ ਹਰ ਇੱਕ ਚੀਜ਼ ਵਿੱਚ ਹੀ ਹੁੰਦਾ ਜੀ। ਦੇਖੋ ਕਿਸੇ ਵੀ ਕੱਲਾ ਧਰਮ ਦੀ ਗੱਲ ਨਹੀਂ, ਤੁਸੀਂ ਦੇਖੋ ਹਰ ਇੱਕ ਰਾਜਨੀਤੀ ਵਿੱਚ ਵੀ ਲੋਟੂ ਟੋਲੇ ਹੁੰਦੇ ਆ, ਅਫਸਰਸ਼ਾਹੀ ਵਿੱਚ ਵੀ ਲੋਟੂ ਟੋਲੇ ਹੁੰਦੇ ਆ, ਠੀਕ ਹੈ ਨਾ। ਹਰ ਪੱਖ ਤੇ ਤੁਸੀਂ ਵਪਾਰ ਦੀ ਗੱਲ ਕਰ ਲਓ, ਬਿਜ਼ਨਸ ਦੀ ਗੱਲ ਕਰ ਲਓ, ਕਿਸੇ ਵੀ ਤਰੀਕੇ ਨਾਲ ਉਹ ਜਿਹੜੇ ਲੋਟੂ ਟੋਲਾ ਨਾ ਜੀ, ਉਹਨਾਂ ਦਾ ਕੰਮ ਹੀ ਹੈਗਾ, ਉਹਨਾਂ ਦਾ ਕੋਈ ਮਨੁੱਖਤਾ ਨਾਲ ਪਿਆਰ ਨਹੀਂ ਹੁੰਦਾ, ਉਹਨਾਂ ਦਾ ਕੋਈ ਰੂਲ ਅਸੂਲ ਨਹੀਂ ਹੁੰਦਾ, ਕੋਈ ਉਹਨਾਂ ਦਾ ਮਤਲਬ ਕਿ ਡਿਸਿਪਲਨ ਨਹੀਂ ਹੁੰਦਾ, ਕੋਈ ਉਹਨਾਂ ਦਾ ਮਤਲਬ ਉਹਨਾਂ ਦੇ ਅੰਦਰ ਉਹ ਫੀਲਿੰਗ ਨਹੀਂ ਹੁੰਦੀ, ਤਰਸ ਦੀ ਭਾਵਨਾ ਹਨਾ, ਦਇਆ ਦੀ ਭਾਵਨਾ। ਕਿਉਂਕਿ ਗੁਰੂ ਸਾਹਿਬ ਨੇ ਦੇਖੋ ਇੱਕ ਹੁਣ ਗੱਲ ਵੇਖੋ ਵਿੱਚ ਐਡ ਹੋ ਗਈ ਹੁਣ ਵੀ ਗੁਰੂ ਸਾਹਿਬ ਨੇ ਕਿਹਾ ਵੀ ਧੌਲ ਧਰਮ ਦਇਆ ਕਾ ਪੁੱਤ, ਵੀ ਧਰਮ ਦਇਆ ਦਾ ਪੁੱਤਰ। ਹੁਣ ਜੇ ਮਤਲਬ ਕਿ ਦਇਆ ਦੇ ਵਿੱਚੋਂ ਧਰਮ ਪੈਦਾ ਹੋਣਾ, ਜਿਸ ਬੰਦੇ ਦੇ ਅੰਦਰ ਦਇਆ ਨਹੀਂ ਉਹ ਧਰਮੀ ਹੋ ਹੀ ਨਹੀਂ ਸਕਦਾ, ਠੀਕ ਹੈ ਨਾ। ਉਹ ਧਰਮ ਦਾ ਬਾਣਾ ਪਾ ਕੇ ਦੁਨੀਆ ਨੂੰ ਉਹਨੇ ਮਤਲਬ ਇਹ ਦੇਖ ਲਿਆ ਵੀ ਲੋਕ ਇਸ ਢੰਗ ਨਾਲ ਏਦਾਂ ਮਗਰ ਲੱਗਦੇ ਆ ਤੇ ਆਪਾਂ ਵਿਖਾਵਾ ਕਰ ਦੋ ਵੀ ਅਸੀਂ ਵੀ ਧਰਮੀ ਆ ਤੇ ਸਾਨੂੰ ਵੋਟਾਂ ਪਾਓ ਜਾਂ ਸਾਨੂੰ ਪੈਸੇ ਮੱਥਾ ਟੇਕੋ, ਸਾਨੂੰ ਏਦਾਂ ਉਹ ਚੀਜ਼ ਓਦਾਂ ਬਣ ਜਾਂਦੀ ਹੈ। ਪਰ ਇੱਕ ਇਹਦੇ ਵਿੱਚ ਗੱਲ ਇਹ ਵੀ ਹੈਗੀ ਆ, ਜਿਵੇਂ ਪਹਿਲਾਂ ਤੁਸੀਂ ਸਵਾਲ ਕੀਤਾ ਸੀ ਵੀ ਧਰਮ ਦੀ ਲੋੜ ਨਹੀਂ ਆ ਜਾਂ ਕੀ ਆ ਨਾ, ਉਹਦੇ ਵਿੱਚ ਮੰਨ ਲਓ ਜੇ ਆਪਾਂ ਕਹੀਏ ਵੀ ਧਰਮ ਦੇ ਨਾਂ ਤੇ ਪਖੰਡ ਹੋ ਰਿਹਾ ਹੈ, ਧਰਮ ਦੇ ਨਾਂ ਤੇ ਦੰਗੇ ਹੋ ਰਹੇ ਆ, ਧਰਮ ਦੇ ਨਾਂ ਤੇ ਰਾਜਨੀਤੀ ਹੋ ਰਹੀ ਹੈ, ਇਸ ਕਰਕੇ ਧਰਮ ਦੀ ਲੋੜ ਨਹੀਂ ਆ, ਧਰਮ ਦੀ ਗਲਤ ਵਰਤੋਂ ਹੋ ਰਹੀ ਹੈ। ਪਰ ਉਹਦੇ ਵਿੱਚ ਮੈਂ ਇਹ ਕਹੂੰਗਾ ਵੀ ਮੰਨ ਲਓ ਜਿਵੇਂ ਹੁਣ ਦੁੱਧ ਹੈ, ਦੁੱਧ ਦਾ ਬੜੀ ਵੱਡੀ ਪੱਧਰ ਤੇ ਕਾਰੋਬਾਰ ਹੁੰਦਾ,
ਪਰ ਆਪਾਂ ਨੂੰ ਇਹ ਵੀ ਪਤਾ ਵੀ ਨਕਲੀ ਦੁੱਧ ਵੀ ਆਉਂਦਾ, ਜੀ ਨਕਲੀ ਖੋਆ ਵੀ ਆਉਂਦਾ, ਨਕਲੀ ਪਨੀਰ ਵੀ ਆਉਂਦਾ। ਹੁਣ ਜੇ ਆਪਾਂ ਕਹੀਏ ਬਾਜ਼ਾਰ ਵਿੱਚ ਨਕਲੀ ਦੁੱਧ ਆ ਗਿਆ, ਨਕਲੀ ਖੋਆ ਆ ਗਿਆ, ਨਕਲੀ ਪਨੀਰ ਆ ਗਿਆ, ਨਕਲੀ ਸਾਰਾ ਕੁਝ ਆ ਗਿਆ, ਇਦਾਂ ਇਦਾਂ ਜਾਂ ਦੁੱਧ ਨਾਲ ਇਦਾਂ ਹੋ ਗਿਆ, ਜੀ ਨਕਲੀ ਦੁੱਧ ਪੀਣ ਨਾਲ ਕੋਈ ਜੀ। ਬਿਮਾਰ ਹੋ ਗਿਆ, ਇਦਾਂ ਜੀ। ਹੋ ਗਿਆ। ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਅਸਲੀ ਦੁੱਧ ਤੋਂ ਮੁਨਕਰ ਹੋ ਜਾਈਏ। ਬਿਲਕੁਲ ਬਿਲਕੁਲ ਅਸਲੀ ਦੁੱਧ ਤਾਂ ਜੋ ਹੈਗਾ ਉਹ ਤਾਂ ਹੈ ਹੀ ਆ ਨਾ, ਜੀ ਜੀ ਅਸੀਂ ਅਸਲੀ ਦੁੱਧ ਤਾਂ ਵਰਤਣਾ ਹੀ ਹੈ, ਬਿਲਕੁਲ ਪਰ ਨਕਲੀ ਦੁੱਧ ਤੋਂ ਬਚਣਾ। ਬਿਲਕੁਲ। ਇਸੇ ਤਰ੍ਹਾਂ ਧਰਮ ਦੇ ਜਿਹੜਾ ਨਕਲੀ ਰੂਪ ਹੈ ਉਹਦੇ ਤੋਂ ਬਚਣਾ ਅਸੀਂ, ਬਚਣਾ, ਅਸਲੀ ਜਿਹੜਾ ਧਰਮ ਹੈ ਉਹਦੇ ਤੋਂ ਅਸੀਂ ਉਹਨੂੰ ਅਸੀਂ ਆਪਣਾ- ਧਾਰਨ ਕਰਨਾ। ਉਹਨੂੰ ਤਾਰਨਾ। ਹਾਂ, ਇਹ ਗੱਲ ਇਹ ਹੁੰਦਾ ਵੀ ਕੰਪਲੀਟਲੀ ਹੁੰਦਾ ਵੀ ਕੁਝ ਸਿੱਖ ਕੇ ਉਹਨੂੰ ਧਾਰਨ ਕਰਨਾ। ਅਸਲ ਵਿੱਚ ਚਲੋ ਇਹ ਗੱਲ ਸ਼ੁਰੂ ਵਿੱਚ ਆਉਣੀ ਚਾਹੀਦੀ ਸੀ, ਪਰ ਇਹ ਲਾਸਟ ਵਿੱਚ ਆ ਰਹੀ ਹੈ ਵੀ ਧਰਮ ਦਾ ਜਿਹੜਾ ਮੂਲ ਰੂਪ ਹੈ ਨਾ ਧਰੀ ਧਾਤੂ ਤੋਂ ਬਣਿਆ ਹੈਗਾ, ਜਿਹਦਾ ਅਰਥ ਹੀ ਹੈ ਧਾਰਨ ਕਰਨਾ। ਧਾਰਨ ਕਰਨਾ, ਧਾਰਨ ਕਰਨਾ ਭਾਵ ਕੋਈ ਸਿੱਖਿਆ ਜਾਂ ਚੰਗੇ ਗੁਣ, ਚੰਗੀਆਂ ਗੱਲਾਂ, ਕੋਈ ਡਿਸਿਪਲਨ, ਕੋਈ ਮਰਿਆਦਾ, ਕੋਈ ਢੰਗ ਤਰੀਕਾ ਜ਼ਿੰਦਗੀ ਜਿਉਣ ਦਾ, ਵੇ ਆਫ ਲਾਈਫ, ਉਹਨੂੰ ਜ਼ਿੰਦਗੀ 'ਚ ਸਿੱਖ ਕੇ ਉਹਨੂੰ ਧਾਰਨ ਕਰਨਾ। ਧਾਰਨ ਕਰਨਾ, ਧਾਰਨ ਕਰਨ ਦਾ ਨਾਂ ਹੀ ਧਰਮ ਹੈ। ਤੇ ਬਿਲਕੁਲ। ਜੇ ਅਸੀਂ ਧਾਰਨ ਨਹੀਂ ਕਰਦੇ ਜਾਂ ਕੇਵਲ ਵਿਖਾਵਾ ਕਰ ਲਿਆ, ਕਰਮਕਾਂਡ ਕਰ ਲਿਆ, ਪਖੰਡ ਕਰ ਲਿਆ, ਜਾਂ ਕੇਵਲ ਗੱਲਾਂ ਕਰਨੀਆਂ ਕਰਮਕਾਂਡ, ਉਦਾਂ ਉਹ ਧਰਮ ਨਹੀਂ ਹੈ। ਬਿਲਕੁਲ ਬਿਲਕੁਲ ਜੀ ਬਿਲਕੁਲ। ਅਸਲ ਵਿੱਚ ਜੋ ਕਿ ਅੱਜ ਆਪਾਂ ਸਮਝਣ ਦਾ ਯਤਨ ਕੀਤਾ ਧਰਮ ਦੇ ਨਾਂ ਤੇ, ਕਿ ਇਹਦੇ ਵਿੱਚ ਤਕਰੀਬਨ ਭਾਈ ਸਾਹਿਬ ਜੀ ਨੇ ਸਾਰੀਆਂ ਗੱਲਾਂ ਹੀ ਆਪਾਂ ਨੂੰ ਦੱਸ ਦਿੱਤੀਆਂ ਕਿ ਬੜੇ ਸ਼ਾਰਟ ਮੈਸੇਜ ਦੇ ਵਿੱਚ ਅਸਲ ਧਰਮ ਕੀ ਹੈ, ਧਰਮ ਦੇ ਨਾਂ ਤੇ ਕਿੱਦਾਂ ਪਖੰਡੀ ਲੋਕ ਠੱਗਦੇ ਨੇ, ਕਿੱਦਾਂ ਅਸੀਂ ਇਹਨਾਂ ਦੇ ਜਾਲ ਚੋਂ ਨਿਕਲ ਕੇ ਕੇਵਲ ਇੱਕੋ ਧਰਮ ਨੂੰ ਅਪਣਾਉਣਾ। ਦੋ ਰੂਪ ਨੇ, ਇੱਕ ਰੂਪ ਪਖੰਡੀਆਂ ਦਾ ਤੇ ਇੱਕ ਰੂਪ ਹੈ ਜਿਹੜਾ ਸੱਚਾ ਰੂਪ ਹੈ। ਤੇ ਯਾਦ ਰੱਖਿਓ ਸੰਗਤ ਜੀ, ਸੱਚੇ ਰੂਪ ਨੂੰ ਜ਼ਿੰਦਗੀ ਵਿੱਚ ਅਪਣਾ ਕੇ ਅਸਲ ਧਰਮੀ ਬਣਨਾ, ਅਸਲ ਗੁਣ ਪੈਦਾ ਕਰਨੇ ਨੇ। ਤੇ ਇੰਨੀਆਂ ਕੁ ਵਿਚਾਰਾਂ ਦੀ ਸਾਂਝ ਅੱਜ ਅਸੀਂ ਤੁਹਾਡੇ ਨਾਲ ਪਾ ਰਹੇ ਹਾਂ। ਧਰਮ ਦੇ ਵਿਸ਼ੇ ਤੇ ਅੱਜ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਅੱਗੇ ਤੋਂ ਅਸੀਂ ਹੋਰ ਵੀ ਬੜੇ ਵਿਸ਼ਿਆਂ ਤੇ ਇਤਿਹਾਸਕ ਪੱਖ ਤੋਂ, ਰਹਿਤ ਮਰਜ਼ਾਦਾ ਤੋਂ, ਗੁਰਬਾਣੀ ਦੇ ਸਿਧਾਂਤਾਂ ਨੂੰ ਦ੍ਰਿੜ ਕਰਾਉਣ ਵਾਸਤੇ ਹੋਰ ਵੀ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ। ਸਾਡੇ ਇਹਨਾਂ ਵੀਡੀਓ ਨੂੰ, ਇਹਨਾਂ ਪ੍ਰੋਗਰਾਮਾਂ ਨੂੰ ਦੇਖਣ ਲਈ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰੋ, Facebook ਤੇ ਸਾਡੇ ਪੇਜ ਨੂੰ, Instagram ਤੇ ਪੇਜ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰੋ। ਤੇ ਅਖੀਰ ਵਿੱਚ ਮੈਂ ਭਾਈ ਸਤਨਾਮ ਸਿੰਘ ਜੀ ਜੰਦੜ ਹੁਣਾਂ ਦਾ ਦੁਬਾਰਾ ਫਿਰ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਨਾਲ ਅੱਜ ਸੰਗਤਾਂ ਨੂੰ ਧਰਮ ਦੇ ਨਾਂ ਤੇ ਦੱਸਣ ਵਾਸਤੇ ਇੱਕ ਵਿਚਾਰਾਂ ਦੀ ਸਾਂਝ ਪ੍ਰੋਗਰਾਮ ਵਿੱਚ ਹਿੱਸਾ ਪਾਇਆ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਸਾਰੀਆਂ ਸੁਣਨ ਵਾਲੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।